ਸਭ ਨੇ ਕਿਹਾ ਇਹ ਰਸਤਾ ਬਹੁਤ ਮੁਸ਼ਕਿਲ ਹੈ। ਸਭ ਨੇ ਕਿਹਾ ਇਸ ਜੀਵਨ ਕਾਲ ਵਿੱਚ ਇਹ ਨਾਮੁਮਕਿਨ ਹੈ। ਸਭ ਨੇ ਕਿਹਾ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ, ਪਰ ਸਿਰਫ KCR ਨੂੰ ਵਿਸ਼ਵਾਸ ਸੀ ਅਤੇ ਉਹਨਾਂ ਨੇ ਇਸ ਨੂੰ ਮੁਮਕਿਨ ਕਰ ਵਿਖਾਇਆ ਅਤੇ ਕਰ ਵਿਖਾਇਆ ਕਮਾਲ। ਦਹਾਕਿਆਂ ਤੱਕ ਸੰਯੁਕਤ ਆਂਧਰ ਪ੍ਰਦੇਸ਼ ਰਾਜ ਦੇ ਅਧੀਨ ਰਹਿਣ ਦੇ ਬਾਵਜੂਦ ਤੇਲੰਗਾਨਾ ਦੀ ਜਨਤਾ ਕਦੇ ਪਿੱਛੇ ਨਹੀਂ ਹਟੀ। ਉਹਨੇ ਆਪਣੀ ਪਛਾਣ, ਸਮਾਨ ਅਧਿਕਾਰਾਂ, ਸੰਸਾਧਨਾਂ ਅਤੇ ਮੌਕਿਆਂ ਲਈ ਲੜਾਈ ਜਾਰੀ ਰੱਖੀ ਅਤੇ ਅਖੀਰ ਇੱਕ ਸ਼ਕਤੀਸ਼ਾਲੀ ਜਨ ਅੰਦੋਲਨ ਅਤੇ ਜਨਤਾ ਦੇ ਆਪਣੇ KCR ਦੀ ਅਗਵਾਈ ਵਿੱਚ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਤੇਲੰਗਾਨਾ ਰਾਜ ਹਾਸਿਲ ਕੀਤਾ। 2 ਜੂਨ 2014 K. ਚੰਦਰਸ਼ੇਖਰ ਰਾਓ ਨੇ ਨਵੇਂ ਬਣੇ ਰਾਜ ਦੇ ਪਹਿਲੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਕਲਵਕੁੰਟਲਾ ਚੰਦਰਸ਼ੇਖਰ ਰਾਓ ਨੇ ਨੇਨੂੰ। ਇਸ ਦੇ ਨਾਲ ਹੀ ਉਹਨਾਂ ਨੇ ਤੇਲੰਗਾਨਾ ਦੇ ਲੋਕਾਂ ਲਈ ਇੱਕ ਨਵੀਂ ਪਹਿਚਾਣ, ਇੱਕ ਨਵੀਂ ਆਸ ਅਤੇ ਇੱਕ ਨਵੀਂ ਸਵੇਰ ਲੈ ਕੇ ਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਵਿਖਾਇਆ। Now, Telangana needs to be reinvented. Telangana needs to be reoriented. ਨਵੀਂ ਸਰਕਾਰ ਨੂੰ ਵਿਰਾਸਤ ਵਿੱਚ ਮਿਲੇ ਸਨ ਤੇਲੰਗਾਨਾ ਦੇ ਗੰਭੀਰ ਸੰਕਟ, ਭਿਆਨਕ ਸੁੱਕਾ, ਕਿਸਾਨਾਂ ਅਤੇ ਖੱਡੀ ਬੁਨਕਰਾਂ ਦੀ ਆਤਮ ਹੱਤਿਆ, ਸਿੰਚਾਈ ਅਤੇ ਪੀਣ ਦੇ ਪਾਣੀ ਦੀ ਕਮੀ, ਲੱਖਾਂ ਲੋਕਾਂ ਦਾ ਪਲਾਇਨ, ਬਿਜਲੀ ਦੀ ਬੇਅੰਤ ਕਟੌਤੀ, ਅਨਿਸ਼ਚਿਤ ਕਮਾਈ, ਖਰਚਿਆਂ ਨਾਲ ਭਰਿਆ ਬਜਟ ਅਤੇ ਵਿੱਤੀ ਹਾਲਤ ਵਿੱਚ ਮੰਦੀ। ਨਵਾਂ ਰਾਜ ਅਤੇ ਉਸ ਦੀ ਯੁਵਾ ਸਰਕਾਰ ਇਸ ਬੇਅੰਤ ਸਮੱਸਿਆਵਾਂ ਵਿੱਚ ਘਿਰਦੀ ਜਾ ਰਹੀ ਸੀ। ਹਰ ਪ੍ਰਮੁੱਖ ਖੇਤਰ ਵਿੱਚ ਸੁਧਾਰ ਅਤੇ ਤੁਰੰਤ ਕਾਰਵਾਈ ਦੀ ਲੋੜ ਸੀ। ਅਜਿਹੇ ਮੁਸ਼ਕਿਲ ਹਾਲਾਤਾਂ ਵਿੱਚ KCR ਨੇ ਤੇਲੰਗਾਨਾ ਲਈ ਸਵਰਨ ਯੁੱਗ ਦਾ ਸੁਪਨਾ ਦੇਖਣ ਦੀ ਹਿੰਮਤ ਕੀਤੀ। ਭਾਰਤ ਦੇ ਸਭ ਤੋਂ ਉੱਤਮ ਨੁਮਾਇਸ਼ ਕਰਨ ਵਾਲੇ ਰਾਜਾਂ ਵਿੱਚ ਨੰਬਰ 1 ਉੱਤੇ ਆਉਣ ਲਈ KCR ਨੇ ਦੂਰਦ੍ਰਿਸ਼ਟੀ ਅਤੇ ਗਤੀਸ਼ੀਲ ਅਗਵਾਈ ਦੇ ਨਾਲ ਅੱਗੇ ਵਧਦੇ ਹੋਏ ਰਾਜ ਨੂੰ ਸਭ ਤੋਂ ਉੱਤੇ ਚੁੱਕਣ ਲਈ ਇੱਕ ਰੌਸ਼ਨੀ ਵਿਖਾਈ ਅਤੇ ਪਹਿਲੇ ਦਿਨ ਤੋਂ ਹੀ ਭਾਰਤ ਦੇ ਸਭ ਤੋਂ ਯੁਵਾ ਰਾਜ ਨੇ ਭਾਰਤ ਦੀ ਸਭ ਤੋਂ ਕ੍ਰਾਂਤੀਵਾਦੀ ਕਾਮਯਾਬੀ ਦੀ ਕਹਾਣੀ ਬਣਨ ਲਈ ਪੂਰੇ ਹੌਸਲੇ ਦੇ ਨਾਲ ਸਾਰੇ ਔਖੇ ਰਾਹਾਂ ਤੇ ਆਪਣੇ ਕਦਮ ਵਧਾ ਦਿੱਤੇ। ਤੇਲੰਗਾਨਾ ਰਾਜ ਨੇ 450 ਤੋਂ ਜ਼ਿਆਦਾ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਕਿਸੇ ਨੂੰ ਵੀ ਅਣਡਿੱਠਾ ਨਹੀਂ ਕੀਤਾ ਗਿਆ ਹੈ। ਆਸਰਾ ਇਹ ਇੱਕ ਪੈਨਸ਼ਨ ਯੋਜਨਾ ਹੈ ਜਿਸ ਵਿੱਚ ਬਜ਼ੁਰਗ ਨਾਗਰਿਕ ਨੂੰ, ਇਕੱਲੀ ਔਰਤਾਂ ਅਤੇ ਹੋਰ ਅਨੇਕ ਕਮਜ਼ੋਰ ਸਮੂਹਾਂ ਨੂੰ 2016 ਰੁਪਏ ਅਤੇ ਅਪਾਹਜ ਨੂੰ 3016 ਰੁਪਏ ਦਿੱਤੇ ਜਾਂਦੇ ਹਨ। ਆਸਰਾ ਯੋਜਨਾ ਉਹਨਾਂ ਨੂੰ ਆਰਥਿਕ ਸੰਕਟ ਤੋਂ ਬਚਾ ਕੇ ਸਵੈਮਾਣ ਨਾਲ ਜੀਵਨ ਜੀਣ ਵਿੱਚ ਮਦਦ ਕਰਦੀ ਹੈ। ਤੇਲੰਗਾਨਾ ਭਾਰਤ ਦਾ ਇਕਮਾਤਰ ਰਾਜ ਹੈ ਜਿਸ ਵਿੱਚ 2 ਬੈੱਡਰੂਮ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਬਹੁ-ਮੰਜ਼ਲਾ ਇਮਾਰਤਾਂ ਬਣਾਈਆਂ ਗਈਆਂ। ਇਹਨਾਂ ਵਿੱਚ 2 ਕਮਰੇ ਦੇ ਮਕਾਨਾਂ ਨੂੰ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ 100% ਸਬਸਿਡੀ ਉੱਤੇ ਅਲਾਟ ਕੀਤਾ ਗਿਆ। ਹੁਣ ਤੱਕ ਕਰੀਬ 20,000 ਕਰੋੜ ਰੁਪਏ ਦੀ ਲਾਗਤ ਤੋਂ ਤਿਆਰ 2 ਬੈੱਡਰੂਮ ਵਾਲੇ 3 ਲੱਖ ਤੋਂ ਜ਼ਿਆਦਾ ਮਕਾਨ ਮਨਜ਼ੂਰ ਕੀਤੇ ਜਾ ਚੁੱਕੇ ਹਨ। ਤੇਲੰਗਾਨਾ ਸਰਕਾਰ ਨੇ ਰਾਜ ਵਿੱਚ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਲਿਤ ਬੰਧੂ ਯੋਜਨਾ ਦੀ ਇੱਕ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਵਿੱਚ ਹਰ ਇੱਕ ਦਲਿਤ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਵਾਪਸ ਨਹੀਂ ਕਰਨੀ ਹੁੰਦੀ ਅਤੇ ਉਹਨਾਂ ਖੇਤਰਾਂ ਵਿੱਚ ਜਿੱਥੇ ਸਰਕਾਰ ਲਾਇਸੈਂਸ ਜਾਰੀ ਕਰਦੀ ਹੈ ਰਿਜ਼ਰਵੇਸ਼ਨ ਦਿੱਤਾ ਜਾਂਦਾ ਹੈ, ਜਿਸ ਦੇ ਨਾਲ ਉਹਨਾਂ ਵਿੱਚ ਵਿੱਤੀ ਸੁਰੱਖਿਆ ਦੀ ਭਾਵਨਾ ਅਤੇ ਬਿਹਤਰ ਭਵਿੱਖ ਦੀ ਆਸ ਜਾਗਦੀ ਹੈ। ਆਰਥਿਕ ਮੁਨਾਫੇ ਦੇ ਇਲਾਵਾ ਸਰਕਾਰ ਨੇ ਕਿਸੇ ਵੀ ਵਿਪਤਾ ਦੀ ਹਾਲਤ ਵਿੱਚ ਲਾਭਾਰਥੀ ਦੀ ਮਦਦ ਕਰਨ ਲਈ ਸੁਰੱਖਿਆ ਕਵਚ ਦੇ ਰੂਪ ਵਿੱਚ ਇੱਕ ਕੋਸ਼ ਵੀ ਬਣਾਇਆ ਹੈ। SC/ST ਉਦਮੀਆਂ ਦੇ ਵਿਕਾਸ ਅਤੇ ਸਮਰੱਥਾ ਉਸਾਰੀ ਉੱਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ
ਤੇਲੰਗਾਨਾ ਸਰਕਾਰ ਨੇ ਟੀ ਪ੍ਰਾਈਡ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਦਲਿਤ ਉਦਮੀਆਂ ਦੇ ਤੇਜ਼ੀ ਨਾਲ ਵਿਕਾਸ ਲਈ ਵੱਖਰਾ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਂਦਾ ਹੈ। ਬਾਲ ਵਿਆਹ ਨੂੰ ਰੋਕਣ ਅਤੇ ਕੁੜੀਆਂ ਦੇ ਪਰਿਵਾਰਾਂ ਦੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਨੇ ਕਲਿਆਣ ਲక్ష్ਮੀ ਅਤੇ ਸ਼ਾਦੀ ਮੁਬਾਰਕ ਯੋਜਨਾ ਦੀ ਘੋਸ਼ਣਾ ਕੀਤੀ, ਜੋ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਯੋਜਨਾ ਹੈ। ਇਸ ਯੋਜਨਾ ਵਿੱਚ ਪਰਿਵਾਰਾਂ ਨੂੰ ਆਪਣੀ ਬੇਟੀਆਂ ਦੀ ਸ਼ਾਦੀਆਂ ਲਈ 1,116 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ ਇਸ ਯੋਜਨਾ ਨੇ 11 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਕਰਜ਼ੇ ਤੋਂ ਬਚਾਇਆ ਹੈ। ਤੇਲੰਗਾਨਾ ਦੇ ਸਾਰੇ ਖੇਤਰਾਂ ਵਿੱਚ ਬੀੜੀ ਬਣਾਉਣ ਵਰਗੇ ਛੋਟੇ ਕਾਰੋਬਾਰਾਂ ਦੇ ਕਾਰੀਗਰਾਂ ਅਤੇ ਦੈਨਿਕ ਮਜ਼ਦੂਰਾਂ ਸਹਿਤ ਸੰਘਰਸ਼ਰਤ ਸਮਾਜ ਦੀ ਤਰੱਕੀ ਲਈ ਆਪਣੀ ਤਰ੍ਹਾਂ ਦੀ ਪਹਿਲੀ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਭੇਡ ਪਾਲਣ ਵਾਲੇ ਲੋਕਾਂ ਲਈ ਭੇਡ ਵਿਤਰਣ ਅਭਿਆਨ ਵਰਗੇ ਪ੍ਰੋਤਸਾਹਨਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸਿਰਿਸਿਲਾ ਵਰਗੀਆਂ ਥਾਵਾਂ ਤੇ ਰਹਿੰਦੇ ਬੁਨਕਰਾਂ ਨੂੰ ਸੰਕਟ ਵਿੱਚੋਂ ਕੱਢਿਆ ਗਿਆ ਹੈ। ਪੂਰੇ ਤੇਲੰਗਾਨਾ ਵਿੱਚ ਵੱਡੇ ਪੈਮਾਨੇ ਉੱਤੇ ਤਰੱਕੀ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇੱਕ ਅਜਿਹੇ ਨੇਤਾ ਦੀ ਅਗਵਾਈ ਵਿੱਚ ਜਿਹਨੇ ਜੋ ਬੋਲਿਆ ਉਹ ਕਰਕੇ ਵੀ ਵਿਖਾਇਆ। ਪੀਣ ਦੇ ਪਾਣੀ ਖੇਤਰ ਵਿੱਚ ਇੱਕ ਕ੍ਰਾਂਤੀ, ਮਿਸ਼ਨ ਭਗੀਰਥ। ਇਸ ਮਹੱਤਵਪੂਰਨ ਪ੍ਰੋਗਰਾਮ ਨੂੰ ਯੁੱਧ ਸਤਰ ਤੇ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਤੇਲੰਗਾਨਾ ਦੇ ਹਰ ਘਰ ਨੂੰ ਨਲਕਾ ਉਪਲਬਧ ਕਰਾਇਆ ਜਾ ਸਕੇ ਅਤੇ ਹਰ ਸ਼ਖਸ ਨੂੰ ਮਿਲੇ ਸਾਫ਼, ਸੁਰੱਖਿਅਤ ਅਤੇ ਬਹੁ ਮਾਤਰਾ ਵਿੱਚ ਪੀਣ ਦਾ ਪਾਣੀ। ਇਹ ਵੱਖ-ਵੱਖ ਆਕਾਰਾਂ ਵਿੱਚ ਪਾਈਪਲਾਈਨਾਂ ਦਾ ਇੱਕ ਵਿਸ਼ਾਲ ਨੈਟਵਰਕ ਹੈ ਜੋ 2 ਲੱਖ ਕਿਲੋਮੀਟਰ ਤੋਂ ਵੱਧ ਫੈਲਿਆ ਹੋਇਆ ਹੈ। ਇੱਕ ਹੈਰਾਨ ਕਰ ਦੇਣ ਵਾਲੀ ਲੰਬਾਈ ਜੋ 5 ਵਾਰ ਪੂਰੀ ਦੁਨੀਆ ਨੂੰ ਮਾਪ ਸਕਦੀ ਹੈ। 46,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲਾ ਮਿਸ਼ਨ ਭਗੀਰਥ ਪੂਰੇ ਰਾਜ ਵਿੱਚ ਨਿਤ 3,000 ਮਿਲੀਅਨ ਲੀਟਰ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਆਪੂਰਤੀ ਕਰਦਾ ਹੈ। ਦੇਸ਼ ਵਿੱਚ ਪਹਿਲੀ ਵਾਰ ਤੇਲੰਗਾਨਾ ਇੱਕਮਾਤਰ ਅਜਿਹਾ ਰਾਜ ਹੈ ਜਿਸ ਨੇ ਆਪਣੇ ਨਾਗਰਿਕਾਂ ਦੇ ਹਰ ਘਰ ਵਿੱਚ ਪੀਣ ਦਾ ਪਾਣੀ ਮੁਫਤ ਉਪਲਬਧ ਕਰਾਇਆ ਹੈ। ਮਿਸ਼ਨ ਭਗੀਰਥ ਨੇ ਰਾਜ ਵਿੱਚ ਫਲੋਰਾਈਡ ਮੁਕਤ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਕਰਕੇ ਭਾਰਤ ਵਿੱਚ ਇਤਿਹਾਸ ਰਚਿਆ ਹੈ। ਤੇਲੰਗਾਨਾ ਹੁਣ ਕੇਂਦਰ ਸਰਕਾਰ ਦੇ ਜਲ ਜੀਵਨ ਮਿਸ਼ਨ ਦੇ ਨਾਲ-ਨਾਲ ਦੇਸ਼ ਦੀ 11 ਰਾਜਾਂ ਦੀ ਸਰਕਾਰਾਂ ਦੇ ਲਈ ਇੱਕ ਰੋਲ ਮਾਡਲ ਹੈ। मैं अभिनंदन करना चाहता हूं तेलंगाना की सरकार का कि एक भी घर ऐसा नहीं है जहां पीने का पानी लेने के लिए किसी गरीब को, मां को और बेटी को बाहर जाना पड़े। ਜਦੋਂ ਤੇਲੰਗਾਨਾ ਦੀ ਪਹਿਲੀ ਸਰਕਾਰ ਨੇ ਕਾਰਜਭਾਰ ਸੰਭਾਲਿਆ ਤਾਂ ਰਾਜ ਬਿਜਲੀ ਦੀ ਗੰਭੀਰ ਕਟੌਤੀ ਨਾਲ ਜੂਝ ਰਿਹਾ ਸੀ। ਨਵਗਠਿਤ ਰਾਜ ਵਿੱਚ ਬਿਜਲੀ ਆਪੂਰਤੀ ਸਮਰੱਥਾ ਘੱਟ, ਅਨਿਯਮਿਤ ਅਤੇ ਅਨੁਪਾਤਹੀਨ ਸੀ। ਮੁੱਖ ਮੰਤਰੀ ਨੇ ਤਤਕਾਲ ਕਾਰਵਾਈ ਕੀਤੀ। ਵੱਖ-ਵੱਖ ਸਮਰੱਥਾ ਦੇ ਅਣਗਿਣਤ ਸਬਸਟੇਸ਼ਨ ਯੁੱਧ ਸਤਰ ਉੱਤੇ ਬਣਾਏ ਗਏ ਅਤੇ ਰਾਜ ਡਿਸਕੌਮ ਨੂੰ ਅਧਿਕਾਰ ਦਿੱਤਾ ਗਿਆ। ਇਹਨਾਂ ਕਦਮਾਂ ਨੇ ਰਾਜ ਦਾ ਬਿਜਲੀਕਰਨ ਕੀਤਾ। ਰਾਜ ਗਠਨ ਦੇ 200 ਦਿਨਾਂ ਦੇ ਅੰਦਰ ਹੀ ਕੇਸੀਆਰ ਨੇ 24 ਘੰਟੇ ਬਿਜਲੀ ਪੂਰਤੀ ਦਾ ਵਚਨ ਪੂਰਾ ਕੀਤਾ। ਤੇਲੰਗਾਨਾ ਵਿੱਚ ਅੱਜ ਕਿਤੇ ਵੀ ਬਿਜਲੀ ਕਟੌਤੀ ਨਹੀਂ ਹੁੰਦੀ ਹੈ ਅਤੇ ਤੇਲੰਗਾਨਾ ਇੱਕਮਾਤਰ ਭਾਰਤੀ ਰਾਜ ਹੈ ਜੋ ਸਾਰੇ ਖੇਤਰਾਂ ਨੂੰ 24 ਘੰਟੇ ਹਰ ਦਿਨ ਉੱਚ ਗੁਣਵੱਤਾ ਵਾਲੀ ਬਿਜਲੀ ਦੀ ਆਪੂਰਤੀ ਕਰਦਾ ਹੈ। 2014 ਵਿੱਚ ਸਥਾਪਿਤ ਬਿਜਲੀ ਸਮਰੱਥਾ 7,600 ਮੈਗਾਵਾਟ ਤੋਂ ਵੱਧ ਕੇ ਸਿਰਫ 7 ਸਾਲਾਂ ਵਿੱਚ ਯਾਨੀ 2021 ਵਿੱਚ 17,305 ਮੈਗਾਵਾਟ ਹੋ ਗਈ ਹੈ ਅਤੇ 2023 ਤੱਕ ਤੇਲੰਗਾਨਾ ਆਪਣੀ ਕੁੱਲ ਬਿਜਲੀ ਸਮਰੱਥਾ ਨੂੰ 25,000 ਮੈਗਾਵਾਟ ਦੇ ਪ੍ਰਭਾਵਸ਼ਾਲੀ ਟੀਚੇ ਤੱਕ ਪਹੁੰਚਾ ਦੇਵੇਗਾ। ਕੇਸੀਆਰ ਦੀ ਦੂਰਦਰਸ਼ੀ ਅਗਵਾਈ ਵਿੱਚ ਅਲਟਰਾ ਮੈਗਾ ਪਾਵਰ ਪ੍ਰੋਜੈਕਟਸ ਦੇ ਪੂਰੇ ਹੋਣ ਦੇ ਨਾਲ ਇਸ ਨੂੰ ਹਾਸਿਲ ਕੀਤਾ ਜਾਵੇਗਾ। ਕੇਸੀਆਰ ਦੀ ਅਗਵਾਈ ਵਾਲੀ ਸਰਕਾਰ ਅਕਸ਼ੇ ਊਰਜਾ ਖੇਤਰ ਵਿੱਚ ਵੀ ਪੂਰੀ ਤਾਕਤ ਨਾਲ ਗਤੀਸ਼ੀਲ ਹੈ।
ਤੇਲੰਗਾਨਾ ਆਪਣੀ ਸੋਲਰ ਪਾਵਰ ਸਮਰੱਥਾ ਨੂੰ ਵੀ ਤੇਜ਼ੀ ਨਾਲ ਵਧਾ ਰਿਹਾ ਹੈ। ਇਸ ਦੀ ਸੋਲਰ ਪਾਵਰ ਦੀ ਸਥਾਪਿਤ ਸਮਰੱਥਾ ਕੇਵਲ 6 ਸਾਲਾਂ ਵਿੱਚ 50 ਗੁਣਾ ਵੱਧ ਗਈ ਹੈ। 2014 ਵਿੱਚ ਸਿਰਫ 70 ਮੈਗਾਵਾਟ ਤੋਂ ਇਹ 2021 ਵਿੱਚ 4478 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਅਜੋਕਾ ਤੇਲੰਗਾਨਾ ਪੂਰੇ ਦੇਸ਼ ਲਈ ਭਵਿੱਖ ਦੇ ਬਿਜਲੀ ਵਿਕਾਸ ਦਾ ਇੱਕ ਮਹੱਤਵਪੂਰਨ ਉਦਾਹਰਣ ਹੈ। ਰਾਜ ਦੇ ਗਠਨ ਤੋਂ ਪਹਿਲਾਂ ਇਸ ਦੇ ਸਿੰਚਾਈ ਖੇਤਰ ਦੀ ਹਾਲਤ ਤਰਸਯੋਗ ਸੀ। 2014 ਵਿੱਚ ਤੇਲੰਗਾਨਾ ਰਾਜ ਦੇ ਗਠਨ ਦੇ ਬਾਅਦ ਸਰਕਾਰ ਨੇ ਸਿੰਚਾਈ ਨੂੰ ਉਤਸ਼ਾਹਿਤ ਕਰਨ ਹਿੱਤ ਕਈ ਸਾਹਸ ਕੀਤੇ। 7 ਸਾਲਾਂ ਵਿੱਚ ਸਿੰਚਾਈ ਖੇਤਰ ਵਿੱਚ 1,28,000 ਕਰੋੜ ਰੁਪਏ ਦੇ ਵਿਸ਼ਾਲ ਖਰਚੇ ਦਾ ਵਾਅਦਾ ਕੀਤਾ ਗਿਆ ਹੈ। ਇਹ ਸਭ ਕਿਵੇਂ ਹੋਇਆ? ਮੰਤਰੀ ਨੇ ਅੱਗੇ ਵਧ ਕੇ ਪਹਿਲਾਂ ਤੋਂ ਚੱਲ ਰਹੀ ਪਰਿਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਾਲ-ਨਾਲ ਉਹਨਾਂ ਨੂੰ ਆਧੁਨਿਕ ਬਣਾਉਣ ਦੀ ਰਣਨੀਤੀ ਲਈ ਗੱਲਬਾਤ ਦੇ ਸੈਸ਼ਨ ਆਯੋਜਿਤ ਕੀਤੇ। ਇਸ ਤਰ੍ਹਾਂ ਸਾਰੀਆਂ ਪਰਿਯੋਜਨਾਵਾਂ ਵਿੱਚ ਜਿਵੇਂ ਨਵੀਂ ਜਾਨ ਪੈ ਗਈ। ਸਰਕਾਰ ਨੇ ਸਿੰਚਾਈ ਖੇਤਰ ਨੂੰ ਵੱਧ ਤੋਂ ਵੱਧ ਵਧਾਉਣ ਲਈ ਬਹੁ ਆਯਾਮੀ ਦ੍ਰਿਸ਼ਟੀਕੋਣ ਅਪਣਾਇਆ। ਰਾਜ ਦੀ ਜ਼ਰੂਰੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੰਚਾਈ ਪਰਿਯੋਜਨਾ ਦੀ ਪੁਨਰ-ਰਚਨਾ ਅਤੇ ਪੁਨः ਅਭਿਆੰਤਰੀਕਰਨ ਲਈ ਕਈ ਸਾਹਸਿਕ ਯੋਜਨਾਵਾਂ ਬਣਾਈਆਂ। ਪਾਲਾਮੁਰੂ ਰੰਗਰੇਡੀ ਅਤੇ ਸੀਤਾਰਾਮਾ ਲਿਫਟ ਸਿੰਚਾਈ ਪਰਿਯੋਜਨਾਵਾਂ, ਦੇਵਦੁਲਾ ਲਿਫਟ ਸਿੰਚਾਈ ਯੋਜਨਾ ਅਤੇ ਕਾਲੇਸ਼ਵਰਮ ਲਿਫਟ ਸਿੰਚਾਈ ਯੋਜਨਾ। ਕਾਲੇਸ਼ਵਰਮ ਮਲਟੀ ਸਟੇਜ ਲਿਫਟ ਸਿੰਚਾਈ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਲਿਫਟ ਸਿੰਚਾਈ ਪਰਿਯੋਜਨਾ ਹੈ। ਗੋਦਾਵਰੀ ਦੇ ਪਾਣੀ ਨੂੰ 90 ਮੀਟਰ ਤੋਂ 618 ਮੀਟਰ ਦੀ ਉਚਾਈ ਤੱਕ ਚੱਕਣ ਲਈ ਇੱਕ ਨਵੇਂ ਰੂਪ ਨਾਲ ਨਿਰਮਿਤ ਕੀਤੀ ਗਈ ਵਿਸ਼ਾਲ ਪਰਿਯੋਜਨਾ, ਜਿਨੇ ਤੇਲੰਗਾਨਾ ਦੀ ਪਿਆਸੀ ਧਰਤੀ ਤੱਕ ਪਾਣੀ ਪਹੁੰਚਾਉਣ ਦਾ ਔਖਾ ਕੰਮ ਪੂਰਾ ਕੀਤਾ। ਇੱਕ ਵੇਲੇ ਨਾਮੁਮਕਿਨ ਲੱਗਣ ਵਾਲੀ ਕਾਲੇਸ਼ਵਰਮ ਮਲਟੀ ਸਟੇਜ ਲਿਫਟ ਸਿੰਚਾਈ ਯੋਜਨਾ ਤੇਲੰਗਾਨਾ ਸਰਕਾਰ ਦੁਆਰਾ ਹਾਸਲ ਕੀਤੀ ਗਈ ਇੱਕ ਅਜਿਹੀ ਬੇਮਿਸਾਲ ਉਪਲਬਧੀ ਹੈ, ਜਿਸ ਦੇ ਤਹਿਤ ਗੋਦਾਵਰੀ ਨਦੀ ਉੱਤੇ 3 ਬੈਰਾਜਾਂ ਦੇ ਨਾਲ 20 ਮੈਗਾ ਵੋਲਿਊਮ ਵਾਟਰ ਲਿਫਟ, 22 ਪੰਪ ਹਾਊਸ, 20 ਤਾਲਾਬਾਂ, ਸੁਰੰਗਾਂ, ਪਾਈਪਲਾਈਨਾਂ ਅਤੇ ਨਹਿਰਾਂ ਦਾ ਲਗਭਗ 2000 ਕਿਲੋਮੀਟਰ ਲੰਮਾ ਨੈਟਵਰਕ, ਸਭ ਕੁਝ ਸਿਰਫ 36 ਮਹੀਨੇ ਦੇ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ। This project is going to cater 45 lakh acres and it will be giving water for 2 crops. So that means 90 lakh acres will be producing gold out of the land. ਇਸ ਦੇ ਨਾਲ ਹੀ ਸਰਕਾਰ ਨੇ ਮਿਸ਼ਨ ਕਾਕਤੀਆ ਵੀ ਸ਼ੁਰੂ ਕੀਤਾ। 11ਵੀਂ ਸਦੀ ਦੇ ਕਾਕਤੀਆ ਰਾਜਵੰਸ਼ ਦਾ ਛੋਟੇ ਸਿੰਚਾਈ ਟੈਂਕਾਂ ਅਤੇ ਪਾਣੀ ਨਿਕਾਸ ਦੇ ਤਰੀਕਿਆਂ ਨੂੰ 21ਵੀਂ ਸਦੀ ਵਿੱਚ ਦੁਬਾਰਾ ਅਪਣਾਇਆ। ਬੇਕਾਰ ਪਏ 46,531 ਮੌਜੂਦਾ ਟੈਂਕਾਂ ਨੂੰ ਸਾਫ਼ ਕੀਤਾ ਗਿਆ ਅਤੇ 22,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਮਿਸ਼ਨ ਕਾਕਤੀਆ ਨੂੰ ਤੇਲੰਗਾਨਾ ਦੇ ਭੂਮੀਗਤ ਜਲ ਪੱਧਰ ਨੂੰ ਵਧਾਉਣ ਲਈ ਨਵ ਨਿਰਮਿਤ ਕੀਤਾ ਗਿਆ, ਤਾਂ ਜੋ ਰਾਜ ਦੇ ਹਰ ਖੇਤੀਬਾੜੀ ਯੋਗ ਜ਼ਮੀਨ ਤੱਕ ਪਾਣੀ ਪੁੱਜੇ, ਪਸ਼ੂਆਂ ਦੀ ਦੇਖਭਾਲ ਹੋਵੇ ਅਤੇ ਪੇਂਡੂ ਮਾਲੀ ਹਾਲਤ ਨੂੰ ਉਤਸ਼ਾਹ ਮਿਲੇ। ਤੇਲੰਗਾਨਾ ਸਰਕਾਰ ਦੇ ਅਵਿਸ਼ਵਸਨੀय ਯੋਗਦਾਨ ਤੋਂ ਸਿੰਚਾਈ ਖੇਤਰ ਵਿੱਚ 2014 ਤੋਂ 2021 ਤੱਕ 119% ਦਾ ਵਾਧਾ ਹੋਇਆ ਹੈ। ਤੇਲੰਗਾਨਾ ਵਿੱਚ ਪਾਣੀ ਦੇ ਇਜ਼ਾਫੇ ਨਾਲ ਮੱਛੀ ਪਾਲਣ ਉਦਯੋਗ ਨੂੰ ਉਤਸ਼ਾਹ ਮਿਲਿਆ, ਜਿਸ ਦੇ ਨਾਲ ਅੱਜ ਤੇਲੰਗਾਨਾ ਭਾਰਤ ਵਿੱਚ ਅੰਤਰਦੇਸ਼ੀय ਮੱਛੀ ਪਾਲਣ ਵਿੱਚ ਪਹਿਲੇ ਸਥਾਨ ਤੇ ਹੈ। ਤੇਲੰਗਾਨਾ ਦੇ ਖੇਤੀਬਾੜੀ ਖੇਤਰ ਵਿੱਚ ਤਬਦੀਲੀ ਆਈ ਉਹਨਾਂ ਨਵੇਂ ਸੁਧਾਰਾਂ ਦੇ ਕਾਰਨ, ਜਿਨ੍ਹਾਂ ਦਾ ਟੀਚਾ ਹੈ ਨਾ ਕੇਵਲ ਕਿਸਾਨਾਂ ਦੀ ਪਰੇਸ਼ਾਨੀ ਨੂੰ ਘੱਟ ਕਰਨਾ, ਸਗੋਂ ਉਹਨਾਂ ਨੂੰ ਜ਼ਿਆਦਾ ਸਸ਼ਕਤ ਬਣਾਉਣਾ, ਜਿਸ ਦੇ ਨਾਲ ਕਿਸਾਨ ਆਪਣੀ ਕਿਸਮਤ ਆਪਣੇ ਆਪ ਬਦਲ ਸਕੇ। ਇਹ ਸਭ ਸੰਭਵ ਹੋ ਸਕਿਆ ਕਿਉਂਕਿ ਇਸ ਸਰਕਾਰ ਵਿੱਚ ਵਾਅਦਿਆਂ ਨੂੰ ਪੂਰਾ ਕਰਨ ਦੀ ਰਾਜਨੀਤਕ ਇੱਛਾ ਸ਼ਕਤੀ ਹੈ, ਜਿਸ ਵਿੱਚ ਵਿਚਾਰ ਮੰਥਨ ਅਤੇ ਯੋਜਨਾਵਾਂ ਵਿੱਚ ਸਾਰੇ ਲੋਕਾਂ ਨੂੰ ਹਿੱਸੇਦਾਰ ਦੇ ਰੂਪ ਵਿੱਚ ਸ਼ਾਮਲ ਕਰਨਾ ਅਤੇ ਖੇਤੀਬਾੜੀ ਸੁਧਾਰਾਂ ਦੀ ਵਿਸਤ੍ਰਿਤ ਯੋਜਨਾਵਾਂ ਨੂੰ ਲਾਗੂ ਕਰਨਾ ਸੀ, ਜੋ ਦੇਸ਼ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ। ਅੱਜ ਤੇਲੰਗਾਨਾ ਵਿੱਚ
ਕਿਸਾਨ ਮੰਚ ਯੋਜਨਾ ਵਿੱਚ 5000 ਏਕੜ ਖੇਤਰ ਦੇ ਹਰ ਇੱਕ ਖੇਤ ਨੂੰ ਇੱਕ ਸਮੂਹ ਦੇ ਅੰਦਰ ਰਾਖਵਾਂ ਕੀਤਾ ਗਿਆ ਹੈ, ਜਿਸ ਨੂੰ ਇੱਕ ਖੇਤੀਬਾੜੀ ਵਿਸਥਾਰ ਅਧਿਕਾਰੀ ਦੇ ਅਧੀਨ ਰੱਖਿਆ ਗਿਆ ਹੈ। ਕੁੱਲ 2601 ਸਮੂਹਾਂ ਦੇ ਨਾਲ ਇਹ ਭਾਰਤ ਲਈ ਇੱਕ ਨਵਾਂ ਸਿਧਾਂਤ ਹੈ। ਕਿਸਾਨ ਮੰਚ ਇੱਕ ਪੁਲ ਹੈ ਕਿਸਾਨਾਂ ਅਤੇ ਖੇਤੀਬਾੜੀ ਵਿਸਥਾਰ ਅਧਿਕਾਰੀਆਂ ਦੇ ਵਿਚਕਾਰ। ਇਹ ਕਿਸਾਨ ਦੀ ਮਾਲੀ, ਖੇਤੀ ਅਤੇ ਪਸ਼ੂ ਪਾਲਣ ਨਾਲ ਜੁੜੀਆਂ ਸਮੱਸਿਆਵਾਂ ਲਈ ਬਿਹਤਰ ਸਮਾਧਾਨ ਉਪਲਬਧ ਕਰਾਉਂਦਾ ਹੈ। ਕਿਸਾਨ ਬੀਮਾ ਯੋਜਨਾ ਕਿਸੇ ਵੀ ਦੁਖਦ ਅਤੇ ਅਪ੍ਰਤਿਆਸ਼ਿਤ ਘਟਨਾ ਲਈ 100% ਪ੍ਰੀਮੀਅਮ ਦੇਣ ਵਾਲੀ ਬੀਮਾ ਯੋਜਨਾ ਹੈ। ਕਿਸਾਨ ਬੰਧੂ ਯੋਜਨਾ, ਜਿਸ ਵਿੱਚ ਰਬੀ ਅਤੇ ਖਰੀਫ ਦੀ ਫਸਲ ਲਈ ਹਰ ਸਾਲ 100% ਨਿਵੇਸ਼ ਇਨਪੁਟ ਸਬਸਿਡੀ ਦੇ ਤਹਿਤ ਪ੍ਰਤੀ ਏਕੜ 10,000 ਰੁਪਏ ਦੀ ਗੈਰ ਵਾਪਸੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਤੇਲੰਗਾਨਾ ਦੀ ਕਿਸਾਨ ਬੰਧੂ ਯੋਜਨਾ ਭਾਰਤ ਸਰਕਾਰ ਦੀ PM ਕਿਸਾਨ ਯੋਜਨਾ ਦੇ ਲਈ ਇੱਕ ਰੋਲ ਮਾਡਲ ਹੈ। ਪਿਛਲੇ 7 ਸਾਲਾਂ ਵਿੱਚ ਸਰਕਾਰ ਨੇ ਇਹਨਾਂ ਸੁਧਾਰਾਂ ਨੂੰ ਲਾਗੂ ਕਰਨ ਲਈ 50,448 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਦੀ ਬਦੌਲਤ ਤੇਲੰਗਾਨਾ ਦਾ ਕਿਸਾਨ ਹੁਣ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਅੱਜ ਕਿਸਾਨ ਨਵੀਂ ਅਤੇ ਵਿਗਿਆਨਿਕ ਖੇਤੀਬਾੜੀ ਵਿਧੀਆਂ ਜਿਵੇਂ ਸੂਖਮ ਸਿੰਚਾਈ, ਡ੍ਰਿਪ ਸਿੰਚਾਈ, ਫਸਲ ਤਬਦੀਲੀ, ਗ੍ਰੀਨ ਹਾਊਸ ਅਤੇ ਪੌਲੀ ਹਾਊਸ ਆਦਿ ਨੂੰ ਆਪਣੇ ਪ੍ਰਯੋਗ ਵਿੱਚ ਸ਼ਾਮਿਲ ਕਰ ਰਹੇ ਹਨ। ਉਹ ਨਵੀਂ ਕਿਸਮਾਂ ਦੀ ਫਸਲ ਉਗਾ ਰਹੇ ਹਨ ਅਤੇ ਆਪਣੇ ਖੇਤਾਂ ਦਾ ਮਸ਼ੀਨੀਕਰਨ ਕਰ ਰਹੇ ਹਨ। ਅਤੇ ਇਹ ਸਭ ਦੇ ਪ੍ਰਭਾਵ ਨਾਲ ਹੋ ਰਿਹਾ ਹੈ ਬਦਲਾਅ। ਖੇਤੀਬਾੜੀ ਲਈ 24 ਘੰਟੇ ਮੁਫਤ ਉੱਚ ਗੁਣਵੱਤਾ ਵਾਲੀ ਬਿਜਲੀ ਭਾਰਤ ਵਿੱਚ ਪਹਿਲੀ ਵਾਰ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ। ਬਿਨਾਂ ਕਿਸੇ ਟੈਕਸ ਦੇ ਖੇਤੀਬਾੜੀ ਲਈ ਪਾਣੀ। ਕਪਾਸ ਉਤਪਾਦਨ ਵਿੱਚ ਤੇਲੰਗਾਨਾ ਪਹਿਲੇ ਸਥਾਨ ਉੱਤੇ ਹੈ। 35 ਲੱਖ ਤੋਂ ਜ਼ਿਆਦਾ ਕਿਸਾਨਾਂ ਉੱਤੇ 22,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ ਮਾਫ ਕੀਤੇ ਗਏ ਹਨ। 2018 ਵਿੱਚ ਕਈ ਦਸ਼ਕਾਂ ਵਿੱਚ ਪਹਿਲੀ ਵਾਰ ਤੇਲੰਗਾਨਾ ਵਿੱਚ ਕਿਸੇ ਵੀ ਕਿਸਾਨ ਨੇ ਆਤਮ ਹੱਤਿਆ ਨਹੀਂ ਕੀਤੀ। ਖੇਤੀਬਾੜੀ ਖੇਤਰ ਵਿੱਚ ਉਤਪਾਦਨ ਵਿੱਚ 8 ਗੁਣਾ ਵਾਧਾ ਵੇਖਿਆ ਗਿਆ। 15ਵੇਂ ਵਿੱਤ ਕਮਿਸ਼ਨ ਨੇ ਧਰਤੀ ਅਭਿਲੇਖਾਂ ਦੇ ਡਿਜੀਟਲੀਕਰਨ ਵਿੱਚ ਤੇਲੰਗਾਨਾ ਰਾਜ ਨੂੰ ਦੂਜਾ ਸਥਾਨ ਦੇਂਦਿਆਂ ਸਨਮਾਨਿਤ ਕੀਤਾ। ਭਾਰਤ ਵਿੱਚ ਪਹਿਲੀ ਵਾਰ ਤੇਲੰਗਾਨਾ ਨੇ ਬੀਜਾਂ ਦਾ ਆਨਲਾਈਨ ਪ੍ਰਮਾਣਨ ਸ਼ੁਰੂ ਕੀਤਾ। ਅੱਜ ਤੇਲੰਗਾਨਾ ਦੇ ਕਿਸਾਨ ਝੋਨਾ ਉਤਪਾਦਨ ਵਿੱਚ ਨੰਬਰ 1 ਬਣਨ ਲਈ ਪੰਜਾਬ ਨੂੰ ਟੱਕਰ ਦੇ ਰਹੇ ਹਨ। ਇਸ ਵਿੱਚੋਂ ਕੁਝ ਵੀ KCR ਦੀ ਅਗਵਾਈ ਦੇ ਬਿਨਾਂ ਮੁਮਕਿਨ ਨਹੀਂ ਹੋ ਸਕਦਾ ਸੀ, ਜੋ ਆਪਣੇ ਲੋਕਾਂ ਦੀ ਭਲਾਈ ਲਈ 24 ਘੰਟੇ ਕਾਰਜਸ਼ੀਲ ਹਨ। ਤੇਲੰਗਾਨਾ ਨੇ ਜਿਨ੍ਹਾਂ ਪ੍ਰਮੁੱਖ ਖੇਤਰਾਂ ਉੱਤੇ ਕੰਮ ਕੀਤਾ, ਉਹਨਾਂ ਵਿੱਚੋਂ ਇੱਕ ਹੈ ਸਿਹਤ ਸੇਵਾ। ਕੰਟੀ ਵੇਲੁਗੂ ਦੁਨੀਆ ਦਾ ਸਭ ਤੋਂ ਵੱਡਾ ਨੇਤਰ ਜਾਂਚ ਸ਼ਿਵਰ, ਜੋ ਨਿਸ਼ੁਲਕ ਅੱਖਾਂ ਦੀ ਜਾਂਚ ਤੋਂ ਲੈ ਕੇ ਫ੍ਰੀ ਚਸ਼ਮੇ ਅਤੇ ਸਰਜਰੀ, ਅੱਖਾਂ ਦੀ ਵੇਖਭਾਲ ਅਤੇ ਗੰਭੀਰ ਨੇਤਰ ਰੋਗਾਂ ਦੀ ਰੋਕਥਾਮ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਦੇ ਹੋਏ 2018 ਤੋਂ ਹੁਣ ਤੱਕ ਕਰੀਬ 3.5 ਕਰੋੜ ਦੀ ਆਬਾਦੀ ਤੱਕ ਇਲਾਜ ਪਹੁੰਚਾ ਚੁੱਕਿਆ ਹੈ। ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲਾਂ ਦੇ ਨਾਲ ਹਰ ਮੁਹੱਲੇ ਵਿੱਚ ਵੀ ਵਿਆਪਕ ਬਦਲਾਅ ਆ ਰਿਹਾ ਹੈ। ਬਸਤੀ ਦਵਾਖਾਨਾ ਮੁੱਢਲੀ ਸਿਹਤ ਕੇਂਦਰਾਂ ਦਾ ਇੱਕ ਇਹੋ ਜਿਹਾ ਨੈਟਵਰਕ ਹੈ ਜੋ ਸ਼ਹਿਰ ਦੀ ਹਰ ਬਸਤੀ ਵਿੱਚ ਗਰੀਬਾਂ ਦੀ ਸੇਵਾ ਲਈ ਉਪਲਬਧ ਹੈ। 350 ਬਸਤੀ ਦਵਾਖਾਨਾ ਮੁਫਤ ਪਰਾਮਰਸ਼, ਦਵਾਈਆਂ ਅਤੇ ਵੱਖ-ਵੱਖ ਟੈਸਟ ਸੇਵਾ ਪ੍ਰਦਾਨ ਕਰਦੇ ਹਨ। ਆਮ ਜਨਤਾ ਤੱਕ ਕੁਸ਼ਲਤਾ ਅਤੇ ਜਲਦੀ ਸਿਹਤ ਸੇਵਾਵਾਂ ਪਹੁੰਚਾਉਣ ਦਾ ਸ਼੍ਰੇ ਇਸ ਤਰ੍ਹਾਂ ਦੀ ਸਿਹਤ ਸੇਵਾਵਾਂ ਨੂੰ ਜਾਂਦਾ ਹੈ ਅਤੇ ਸਭ ਤੋਂ ਜ਼ਿਆਦਾ ਫਾਇਦਾ ਤੇਲੰਗਾਨਾ ਦੀਆਂ ਔਰਤਾਂ ਨੂੰ ਹੋਇਆ ਹੈ। ਮਾਂ ਦੀ ਗੋਦ ਪ੍ਰੋਗਰਾਮ, ਜਿਸ ਵਿੱਚ 300 ਐਂਬੂਲੈਂਸ ਗਰਭਵਤੀ ਔਰਤਾਂ ਲਈ ਮੁਫਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਐਂਬੂਲੈਂਸ ਉਹਨਾਂ ਨੂੰ ਘਰ ਤੋਂ ਲੈ ਕੇ ਆਉਂਦੀ ਹੈ, ਹਸਪਤਾਲ ਵਿੱਚ ਮੁਫਤ ਪ੍ਰੀਖਿਆ ਅਤੇ ਜਾਂਚ ਪ੍ਰਦਾਨ ਕਰਵਾਉਂਦੀ ਹੈ ਅਤੇ ਉਹਨਾਂ ਨੂੰ ਘਰ ਵਾਪਸ ਛੱਡ ਦਿੰਦੀ ਹੈ। ਸਵਸਥ ਲਕਸ਼ਮੀ ਯੋਜਨਾ ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀ ਔਰਤਾਂ ਦੇ ਨਾਲ-ਨਾਲ ਬੱਚਿਆਂ ਦੀ ਵੀ ਵੇਖਭਾਲ ਕਰਦੀ ਹੈ, ਉਹਨਾਂ ਨੂੰ ਕੁਪੋਸ਼ਣ ਤੋਂ ਬਚਾਉਂਦੀ ਹੈ ਅਤੇ ਉਹਨਾਂ ਦੇ ਸੰਪੂਰਨ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਹ ਪ੍ਰੋਗਰਾਮ ਨਿਯਮਿਤ ਅਤੇ ਸੰਤੁਲਿਤ ਭੋਜਨ ਪ੍ਰਦਾਨ ਕਰਦਾ ਹੈ। ਇਹ 19 ਲੱਖ ਤੋਂ ਜ਼ਿਆਦਾ ਸਤਨਪਾਨ ਕਰਾਉਣ ਵਾਲੀ ਮਾਵਾਂ, 5 ਲੱਖ ਤੋਂ ਜ਼ਿਆਦਾ ਬੱਚਿਆਂ
ਅਤੇ 25 ਲੱਖ ਤੋਂ ਜ਼ਿਆਦਾ ਗਰਭਵਤੀ ਔਰਤਾਂ ਨੂੰ ਭੋਜਨ ਪਹੁੰਚਾ ਚੁੱਕਿਆ ਹੈ। ਅਤੇ ਇਹ ਸਭ ਇੱਥੇ ਖਤਮ ਨਹੀਂ ਹੁੰਦਾ। ਗਰਭਵਤੀ ਮਾਵਾਂ ਨੂੰ ਇੱਕ ਬੱਚੇ ਦੇ ਜਨਮ ਲਈ 12,000 ਰੁਪਏ ਅਤੇ ਇੱਕ ਕੁੜੀ ਲਈ 13,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। KCR ਕਿੱਟ ਦੇ ਸਹਿਯੋਗ ਨਾਲ ਜਨਮ ਦੇ ਬਾਅਦ ਵੀ ਪਰਿਵਾਰ ਦਾ ਖਿਆਲ ਰੱਖਿਆ ਜਾਂਦਾ ਹੈ। ਸਾਰੀਆਂ ਗਰਭਵਤੀ ਮਾਵਾਂ ਦੀ ਸਿਹਤ ਅਤੇ ਪੋਸ਼ਣ ਸੰਬੰਧੀ ਜ਼ਰੂਰੀ 16 ਵਸਤਾਂ ਦਾ ਵਿਸ਼ੇਸ਼ ਉਪਹਾਰ। ਇਹ ਕਿੱਟ ਨਵੇਂ ਮਾਤਾ-ਪਿਤਾ ਲਈ ਬਹੁਤ ਫਾਇਦੇਮੰਦ ਹੈ, ਖਾਸ ਕਰ ਉਹਨਾਂ ਦੇ ਲਈ ਜਿਨ੍ਹਾਂ ਦੇ ਕੋਲ ਆਪਣੇ ਆਪ ਸਮਾਨ ਖਰੀਦਣ ਦਾ ਕੋਈ ਸਾਧਨ ਨਹੀਂ ਹੈ। ਇਹਨਾਂ ਯੋਜਨਾਵਾਂ ਦੇ ਕਾਰਨ ਅੱਜ ਤੇਲੰਗਾਨਾ ਵਿੱਚ ਕੁੱਲ ਸੰਸਥਾਗਤ ਪ੍ਰਸਵ 98% ਅਤੇ 100% ਟੀਕਾਕਰਨ ਸ਼ਿਸ਼ੂਆਂ, ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਹੋ ਰਿਹਾ ਹੈ। ਅਤੇ ਰਾਜ ਵਿੱਚ ਮਾਵਾਂ ਦੀ ਮ੍ਰਿਤੂ ਦਰ ਅਤੇ ਬੱਚੇ ਦੀ ਮ੍ਰਿਤੂ ਦਰ ਦੇ ਨਤੀਜੇ ਵੀ ਬਿਹਤਰ ਹੁੰਦੇ ਜਾ ਰਹੇ ਹਨ। ਜਦੋਂ ਸਾਰਵਜਨਿਕ ਸਿਹਤ ਸੇਵਾ ਸਾਰਿਆਂ ਨੂੰ ਸਮਾਨ ਰੂਪ ਤੋਂ ਮਿਲਦੀ ਹੈ, ਉਦੋਂ ਇਹ ਪੂਰੇ ਸਮਾਜ ਲਈ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੀ ਹੈ। ਤੇਲੰਗਾਨਾ ਇੱਕ ਰਾਸ਼ਟਰੀ ਅਗਵਾਈ ਦੇ ਨਾਲ ਆਪਣੀ ਅਗਲੀ ਪੀੜ੍ਹੀ ਲਈ ਇਹ ਸੁਨਿਸ਼ਚਿਤ ਕਰ ਰਿਹਾ ਹੈ ਉਹਨਾਂ ਦਾ ਭਵਿੱਖ ਉਜਵਲ ਹੋਵੇ। ਮੁੱਢਲੇ ਪੱਧਰ ਤੋਂ ਲੈ ਕੇ ਉੱਚ ਸਿੱਖਿਆ ਤੱਕ ਹਰ ਇੱਕ ਬੱਚੇ ਨੂੰ ਚੰਗੀ ਸਿੱਖਿਆ ਦਾ ਫਾਇਦਾ ਮਿਲੇ। ਸਿੱਖਿਆ ਪ੍ਰਣਾਲੀ ਦੇ ਨਿਮਨ ਸਤਰਾਂ ਵਿੱਚ ਕੀਤੇ ਸੁਧਾਰਾਂ ਦੇ ਮਾਧਿਅਮ ਨਾਲ ਜਨਤਾ ਨੂੰ ਕੀਤੇ ਇਸ ਵਾਅਦੇ ਨੂੰ ਪੂਰਾ ਕੀਤਾ ਜਾਂਦਾ ਹੈ। ਜਦੋਂ ਸੰਨ 2014 ਵਿੱਚ ਤੇਲੰਗਾਨਾ ਰਾਜ ਬਣਿਆ, ਤਦ ਕੇਵਲ 300 ਆਵਾਸੀय ਸਕੂਲ ਸਨ। 2021 ਤੱਕ ਤਕਰੀਬਨ 1000 ਆਵਾਸੀय ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ, ਯਾਨੀ 3 ਗੁਣਾ ਵਾਧਾ, ਜਿਹਨੂੰ ਕੋਈ ਹੋਰ ਰਾਜ ਇੰਨੇ ਘੱਟ ਸਮੇਂ ਵਿੱਚ ਹਾਸਿਲ ਨਹੀਂ ਕਰ ਸਕਿਆ ਹੈ। 7,200 ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਰਧਾਰਤ ਬਜਟ ਦੇ ਨਾਲ ਆਪਣਾ ਪਿੰਡ ਆਪਣੀ ਪਾਠਸ਼ਾਲਾ ਇੱਕ ਕ੍ਰਾਂਤੀਕਾਰੀ ਯੋਜਨਾ ਹੈ। ਇਸ ਨਾਲ ਤੇਲੰਗਾਨਾ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ 26,000 ਤੋਂ ਜ਼ਿਆਦਾ ਸਕੂਲਾਂ ਨੂੰ ਡਿਜੀਟਲ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ ਮਾਨਕਾਂ ਉੱਤੇ ਲਿਆਉਂਦੇ ਹੋਏ ਇਸ ਤੋਂ ਤਕਰੀਬਨ 20 ਲੱਖ ਵਿਦਿਆਰਥੀਆਂ ਨੂੰ ਮੁਨਾਫਾ ਮਿਲੇਗਾ। ਅੱਜ ਆਵਾਸੀय ਸਿੱਖਿਆ ਪ੍ਰਣਾਲੀ ਆਵਾਸੀय ਵਿਦਿਆ ਵਿੱਚ ਤੇਲੰਗਾਨਾ ਦੇਸ਼ ਵਿੱਚ ਪਹਿਲੇ ਸਥਾਨ ਤੇ ਹੈ। 6,000 ਕਰੋੜ ਰੁਪਏ ਤੋਂ ਜ਼ਿਆਦਾ ਪ੍ਰਤੀ ਸਾਲ ਦੇ ਕੁੱਲ ਬਜਟ ਦੇ ਨਾਲ ਹਰ ਇੱਕ ਵਿਦਿਆਰਥੀ ਉੱਤੇ ਸਾਲਾਨਾ 1,25,000 ਰੁਪਏ ਖਰਚ ਕਰਦੇ ਹੋਏ 5 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮੁਨਾਫਾ ਹੋ ਰਿਹਾ ਹੈ। ਰਾਜ ਵਿਦੇਸ਼ਾਂ ਵਿੱਚ ਉੱਚ ਪੜ੍ਹਾਈ ਕਰਨ ਲਈ ਪ੍ਰਤੀ ਲਾਭਾਰਥੀ ਨੂੰ 20 ਲੱਖ ਰੁਪਏ ਦਾ ਵਜ਼ੀਫਾ ਵੀ ਪ੍ਰਦਾਨ ਕਰਦਾ ਹੈ। ਸਰਕਾਰੀ ਸਕੂਲਾਂ ਨੂੰ ਮਾਨਕ ਪੱਧਰ ਤੱਕ ਆਉਣ ਤੋਂ ਇਹਨਾਂ ਦੇ ਵਿਦਿਆਰਥੀ ਹੁਣ ਮਹਿੰਗੇ ਨਿੱਜੀ ਸਕੂਲਾਂ ਦੇ ਨਾਲ ਮੁਕਾਬਲਾ ਕਰ ਸਕਦੇ ਹਨ ਅਤੇ ਉਹਨਾਂ ਤੋਂ ਅੱਗੇ ਵੀ ਨਿਕਲ ਸਕਦੇ ਹਨ। ਤੇਲੰਗਾਨਾ ਦੇ ਸਕੂਲਾਂ ਵਿੱਚ ਪੜ੍ਹਾਈ ਵਿੱਚ ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਵੇਖੀ ਗਈ ਹੈ। ਇੱਕ ਗੁਣਵੱਤਾਪੂਰਨ ਸਿੱਖਿਆ ਦੇ ਨਾਲ ਤੇਲੰਗਾਨਾ ਦੀ ਪ੍ਰਤਿਭਾਸ਼ਾਲੀ ਯੁਵਾ ਪੀੜ੍ਹੀ ਅਸਮਾਨ ਛੂ ਰਹੀ ਹੈ। ਲੇਕਿਨ ਮੌਕੇ ਦੇ ਬਿਨਾਂ ਪ੍ਰਤਿਭਾ ਵਿਕਸਿਤ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਤੇਲੰਗਾਨਾ ਉਦਯੋਗ ਅਤੇ ਵਪਾਰ ਵਿੱਚ ਖੂਬ ਵਿਕਾਸ ਕਰ ਰਿਹਾ ਹੈ। ਕਾਰੋਬਾਰ ਕਰਨ ਦੀ ਸੌਖ ਇੱਕ ਛੋਟੀ ਜਿਹੀ ਗੱਲ ਜਿਹੜੀ ਬਹੁਤ ਮਾਇਨੇ ਰੱਖਦੀ ਹੈ। ਤੇਲੰਗਾਨਾ ਵਿੱਚ ਇਹ ਕਥਨ ਸਿਰਫ ਇੱਕ ਨਾਅਰੇ ਤੋਂ ਕਿਤੇ ਜ਼ਿਆਦਾ ਹੈ, ਕਿਉਂਕਿ ਇਹ ਨਿਵੇਸ਼ ਲਿਆਉਂਦਾ ਹੈ ਅਤੇ ਉਦਯਮ ਦੀ ਭਾਵਨਾ ਨੂੰ ਜਗਾਉਂਦਾ ਹੈ। ਤੇਲੰਗਾਨਾ ਰਾਜ ਦੀ ਇੰਡਸਟਰੀਅਲ ਪਾਲਿਸੀ TSI ਪਾਸ, TSB ਪਾਸ ਅਤੇ ਧਰਣੀ ਪੋਰਟਲ ਇਸ ਯੋਜਨਾ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਘੱਟ ਜਾਂਚ ਅਤੇ ਜ਼ਿਆਦਾ ਸਹੂਲਤ ਲਈ ਰਚਿਆ ਗਿਆ TSI ਪਾਸ ਇੱਕ ਇਹੋ ਜਿਹੀ ਤੇਜ਼ ਪ੍ਰਕਿਰਿਆ ਹੈ ਜਿਸ ਦੇ ਦੁਆਰਾ 15 ਦਿਨਾਂ ਦੇ ਅੰਦਰ ਆਗਿਆ ਦਿੱਤੀ ਜਾਂਦੀ ਹੈ। ਅੱਜ ਤੇਲੰਗਾਨਾ ਵਿੱਚ 20,000 ਉਦਯੋਗ ਹਨ ਜਿਨ੍ਹਾਂ ਨੂੰ ਤੇਲੰਗਾਨਾ ਸਟੇਟ ਉਦਯੋਗਕ ਨੀਤੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। Come to Telangana, invest in Telangana, let us grow together. ਕੇਵਲ 7 ਸਾਲਾਂ ਵਿੱਚ ਤੇਲੰਗਾਨਾ ਦੇ ਇਹਨਾਂ ਉਦਯੋਗਾਂ ਵਿੱਚ 2,32,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਵੱਡੀ ਅੰਤਰਰਾਸ਼ਟਰੀ ਕੰਪਨੀਆਂ ਵਿਸ਼ੇਸ਼ ਰੂਪ ਤੋਂ IT ਵਿੱਚ ਤੇਲੰਗਾਨਾ ਅਤੇ ਹੈਦਰਾਬਾਦ ਵੱਲ ਰੁਖ ਕਰ ਰਹੀਆਂ ਹਨ। ਸਟਾਰਟਅਪਸ ਲਈ ਹੈਦਰਾਬਾਦ
ਤੇਜ਼ੀ ਨਾਲ ਪਸੰਦੀਦਾ ਥਾਂ ਬਣਦਾ ਜਾ ਰਿਹਾ ਹੈ। ਅੱਜ ਇੱਥੇ 6,600 ਤੋਂ ਵੱਧ ਸਟਾਰਟਅਪਸ ਹਨ। ਉਹਨਾਂ ਵਿੱਚੋਂ ਕੁਝ $1 ਬਿਲੀਅਨ ਮੁੱਲਿਆਂਕਣ ਜਾਂ ਯੂਨੀਕੌਰਨ ਸਟੇਟਸ ਪ੍ਰਾਪਤ ਕਰਨ ਦੇ ਕਰੀਬ ਹਨ। 14% ਦੇ ਇਜ਼ਾਫੇ ਦੇ ਨਾਲ 2021-22 ਵਿੱਚ IT ਦਾ ਨਿਰਯਾਤ 1.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਲੇਕਿਨ ਤੇਲੰਗਾਨਾ ਸਰਕਾਰ ਦੇ ਟੀਚੇ ਹੋਰ ਵੀ ਉੱਚੇ ਹਨ। ਅਗਲੇ 3 ਸਾਲ ਵਿੱਚ ਇਹ ਟੀਚਾ 3 ਲੱਖ ਕਰੋੜ ਰੁਪਏ ਤੱਕ ਪਹੁੰਚਾਉਣ ਦਾ ਹੈ। ਹੈਦਰਾਬਾਦ ਦੀ ਜੀਨੋਮ ਵੈਲੀ ਸੰਸਾਰ ਦੀ ਵੈਕਸੀਨ ਰਾਜਧਾਨੀ ਹੈ। ਸੰਸਾਰਿਕ ਟੀਕਿਆਂ ਦਾ 33% ਉਤਪਾਦਨ ਜੀਨੋਮ ਵੈਲੀ ਵਿੱਚ ਹੀ ਹੁੰਦਾ ਹੈ ਅਤੇ ਛੇਤੀ ਹੀ ਜਾਂਚ ਏਵੰ ਵਿਕਾਸ ਲਈ ਦੁਨੀਆ ਦਾ ਸਭ ਤੋਂ ਵੱਡਾ ਫਾਰਮਾ ਉਦਯੋਗ ਹੈਦਰਾਬਾਦ ਵਿੱਚ ਆ ਰਿਹਾ ਹੈ। ਇਸ ਤੋਂ $9.7 ਬਿਲੀਅਨ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ 5,60,000 ਲੋਕਾਂ ਲਈ ਰੋਜ਼ਗਾਰ ਦੀ ਉਮੀਦ ਹੈ। ਇਹ ਤਰੱਕੀ ਸਿਰਫ ਵੱਡੇ ਸ਼ਹਿਰਾਂ ਵਿੱਚ ਨਹੀਂ, ਸਗੋਂ ਤੇਲੰਗਾਨਾ ਦੇ ਹਰ ਪਿੰਡ ਵਿੱਚ ਹੋ ਰਹੀ ਹੈ। ਭਾਰਤ ਵਿੱਚ ਕਿਸੇ ਵੀ ਹੋਰ ਰਾਜ ਦੇ ਵੱਖ ਪੇਂਡੂ ਵਿਕਾਸ ਲਈ ਤੇਲੰਗਾਨਾ ਦੀ ਅਗਵਾਈ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਜੋ ਪਿੰਡ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਾ ਹੈ। ਤੇਲੰਗਾਨਾ ਵਿੱਚ 12,769 ਗ੍ਰਾਮ ਪੰਚਾਇਤਾਂ ਹਨ ਅਤੇ ਹਰ ਇੱਕ ਗ੍ਰਾਮ ਪੰਚਾਇਤ ਇੱਕ ਮਿਸਾਲ ਹੈ। ਪੱਲੇ ਪ੍ਰਗਤੀ ਪੇਂਡੂ ਖੇਤਰਾਂ ਦੇ ਜੀਵਨ ਵਿੱਚ ਸੁਧਾਰ ਦੇ ਲਈ। ਪੱਲੇ ਪ੍ਰਕਿਰਤੀ ਵਨਮ ਹਰ ਪਿੰਡ ਵਿੱਚ ਇੱਕ ਕੁਦਰਤੀ ਫੁਲਵਾੜੀ ਹੈ ਜਿਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਸਹੂਲਤਾਂ ਉਪਲਬਧ ਹਨ। ਪੱਲੇ ਦਵਾਖਾਨਾ ਹਰ ਪਿੰਡ ਵਿੱਚ ਪ੍ਰਾਥਮਿਕ ਸਿਹਤ ਕੇਂਦਰ ਹੈ। ਪੱਕੇ ਘਰਾਂ ਅਤੇ ਗਲੀਆਂ ਵਿੱਚ ਰੋਸ਼ਨੀ ਦੀ ਸਮੁਚਿਤ ਵਿਵਸਥਾ। ਹਰ ਪਿੰਡ ਵਿੱਚ ਹਰਿਆਲੀ ਵਧਾਉਣ ਲਈ ਇੱਕ ਨਰਸਰੀ ਹੈ। ਹਰ ਪਿੰਡ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਕੂੜਾ ਇਕੱਠਾ ਕਰਨ ਲਈ ਟਰੈਕਟਰ ਹੈ। ਰੋਜ਼ਮਰਰਾ ਦੀ ਸਾਰੀਆਂ ਜ਼ਰੂਰਤਾਂ ਲਈ ਇੱਕ ਬਾਜ਼ਾਰ। ਹਰ ਪਿੰਡ ਵਿੱਚ ਅਤਿਆਧੁਨਿਕ ਸ਼ਮਸ਼ਾਨ ਅਤੇ ਅੰਤਮ ਸੰਸਕਾਰ ਸੇਵਾਵਾਂ ਹਨ। ਵੈਕੁੰਠ ਧਾਮਮ ਕੇਵਲ 7 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਦੇ ਕਿਸੇ ਰਾਜ ਨੇ ਸਾਰੀ ਸਹੂਲਤਾਂ ਦਾ ਰੁਖ ਇਕੱਠੇ ਪਿੰਡ ਵੱਲ ਮੋੜ ਦਿੱਤਾ ਹੈ। ਤੇਲੰਗਾਨਾ ਦਾ ਹਰਿਤਾ ਹਾਰਮ ਭਾਰਤ ਵਿੱਚ ਸਭ ਤੋਂ ਵੱਡਾ ਰੁੱਖ ਲਾਉਣ ਅਤੇ ਜੰਗਲਾਤ ਅਭਿਆਨ ਹੈ, ਜੋ ਦੁਨੀਆ ਵਿੱਚ ਕੇਵਲ ਬ੍ਰਾਜ਼ੀਲ ਅਤੇ ਚੀਨ ਦੇ ਬਾਅਦ ਤੀਸਰੇ ਸਥਾਨ ਤੇ ਹੈ। ਇਹ ਪੂਰੇ ਰਾਜ ਵਿੱਚ 24% ਤੋਂ 33% ਹਰਿਆਲੀ ਵਧਾਉਣ ਲਈ ਇੱਕ ਵੱਡੀ ਯੋਜਨਾ ਹੈ। ਇਸ ਦੇ ਤਹਿਤ ਰਾਜ ਭਰ ਵਿੱਚ 242 ਕਰੋੜ ਬੂਟੇ ਲਗਾਏ ਜਾ ਚੁੱਕੇ ਹਨ। 21ਵੀਂ ਸਦੀ ਦੀ ਹਰਿਤ ਕ੍ਰਾਂਤੀ ਨੂੰ ਚਲਾਉਣ ਲਈ ਪੇਂਡੂ ਪੱਧਰ ਤੇ ਨਰਸਰੀ ਬਣਾ ਕੇ ਇਸ ਅਭਿਆਨ ਵਿੱਚ ਰਾਜ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਆਮ ਆਦਮੀ ਨੂੰ ਨਾਲ ਲੈ ਕੇ ਚੱਲਦੇ ਹੋਏ ਹਰਿਤਾ ਹਾਰਮ ਯੋਜਨਾ ਨੇ ਵੱਡਾ ਸੁਨੇਹਾ ਦਿੱਤਾ ਹੈ ਕਿ ਸਰਕਾਰ ਜਲਵਾਯੂ ਤਬਦੀਲੀ ਨਾਲ ਲੜਨ ਵਿੱਚ ਹਮੇਸ਼ਾ ਅੱਗੇ ਹੈ। ਹੈਦਰਾਬਾਦ ਵਰਗੇ ਸ਼ਹਿਰ ਵਿੱਚ ਕੇਵਲ ਮੌਕੇ ਹੀ ਨਹੀਂ ਮਿਲਦੇ, ਸਗੋਂ ਚੰਗੇ ਜੀਵਨ ਜੀਣ ਦੀ ਆਜ਼ਾਦੀ ਵੀ ਮਿਲਦੀ ਹੈ। ਤੇਲੰਗਾਨਾ ਨੇ ਸੜਕਾਂ ਅਤੇ ਪੁਲਾਂ ਲਈ 7,000 ਕਰੋੜ ਰੁਪਏ ਦੀ ਰਾਸ਼ੀ ਲਾ ਕੇ ਸ਼ਹਿਰਾਂ ਦੇ ਵਿਕਾਸ ਨੂੰ ਰਫ਼ਤਾਰ ਦਿੱਤੀ ਹੈ। ਇਸ ਦੇ ਮਿਊਨਿਸਪਲ ਕਾਰਪੋਰੇਸ਼ਨ ਬਜਟ ਦਾ 10% ਹਰਿਤ ਬਜਟ ਦੇ ਰੂਪ ਵਿੱਚ ਰੱਖਿਆ ਗਿਆ ਹੈ। ਅੱਜ ਤੇਲੰਗਾਨਾ ਗਰਵ ਨਾਲ ਦਾਅਵਾ ਕਰ ਸਕਦਾ ਹੈ ਕਿ ਉਸ ਦੇ ਕੋਲ ਕਾਨੂੰਨ ਅਤੇ ਵਿਵਸਥਾ ਦਾ ਸਭ ਤੋਂ ਅਤਿਆਧੁਨਿਕ ਢਾਂਚਾ ਹੈ। ਸ਼ੀ ਟੀਮਾਂ ਵਿਸ਼ੇਸ਼ ਰੂਪ ਤੋਂ ਔਰਤਾਂ ਦੀ ਸੁਰੱਖਿਆ ਲਈ ਸਤਰਕ, ਆਧੁਨਿਕ ਅਤੇ ਉੱਚ ਤਕਨੀਕ ਵਾਲਾ ਪੁਲਿਸ ਸਿਸਟਮ। ਹਾਈ-ਟੈਕ ਉਪਕਰਣਾਂ ਨਾਲ ਲੈਸ ਪੁਲਿਸ ਦੀ ਗੱਡੀਆਂ। ਦੇਸ਼ ਵਿੱਚ ਪਹਿਲੀ ਵਾਰ ਪ੍ਰਦੇਸ਼ ਦੇ ਹਰ ਇੱਕ ਪੁਲਿਸ ਥਾਣੇ ਨੂੰ ਮਾਸਿਕ ਪੁਲਿਸ ਥਾਣਾ ਦੇਖਭਾਲ ਫੰਡ ਅਤੇ ਜੋਖਮ ਭੱਤੇ ਦੇ ਰੂਪ ਵਿੱਚ ਆਵਾਜਾਈ ਪੁਲਿਸ ਨੂੰ 30% ਅਤਿਰਿਕਤ ਤਨਖਾਹ। ਹਾਈ-ਟੈਕ ਵਰਲਡ ਕਲਾਸ ਪੁਲਿਸ ਕਮਾਂਡ ਕੰਟਰੋਲ ਸੈਂਟਰ। ਰਾਜ ਸਰਕਾਰ ਨੇ ਤੇਲੰਗਾਨਾ ਦੇ ਸ਼ਾਨਦਾਰ ਸੰਸਕ੍ਰਿਤਿਕ ਅਤੇ ਆਤਮਕ ਸੰਸਕ੍ਰਿਤੀਆਂ ਅਤੇ ਸਾਰੇ ਧਰਮਾਂ ਦੇ ਤਿਉਹਾਰਾਂ ਨੂੰ ਮਨਾਉਣ ਦੇ ਨਾਲ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕੀਤਾ ਹੈ।
ਰਾਜ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਬਥੂਕੰਮਾ ਫੁੱਲਾਂ ਦਾ ਤਿਉਹਾਰ ਹੈ, ਜਿਹਨੂੰ ਤੇਲੰਗਾਨਾ ਦੀਆਂ ਔਰਤਾਂ ਦੁਨੀਆ ਭਰ ਵਿੱਚ ਵੱਡੇ ਪੈਮਾਨੇ ਤੇ ਮਨਾਉਂਦੀਆਂ ਨੇ। ਯਾਦਾਦਰੀ ਤੇਲੰਗਾਨਾ ਵਿੱਚ ਸ਼੍ਰੀ ਲక్ష్ਮੀ ਨਰਸਿਮਹਾ ਸਵਾਮੀ ਮੰਦਿਰ ਨੂੰ ਸੰਸਾਰ ਦਾ ਇੱਕ ਅਨੂਠੇ ਆਤਮਕ ਕੇਂਦਰ ਦੇ ਰੂਪ ਵਿੱਚ ਨਵ ਨਿਰਮਿਤ ਕੀਤਾ ਗਿਆ ਹੈ। ਗੁਲਾਬੀ ਰੰਗਾਂ ਨੇ ਇੱਥੇ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਕੇਵਲ 7 ਸਾਲਾਂ ਵਿੱਚ ਤੇਲੰਗਾਨਾ ਦਾ ਬਦਲਾਅ ਬਾਕੀ ਭਾਰਤ ਲਈ ਪ੍ਰੇਰਣਾ ਬਣਿਆ ਹੈ। 7 ਸਾਲਾਂ ਵਿੱਚ ਭਾਰਤ ਦੇ ਸਭ ਤੋਂ ਯੁਵਾ ਰਾਜ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਭਾਵਸ਼ਾਲੀ ਸ਼ਾਸਨ ਹੀ ਤਰੱਕੀ ਦਾ ਇੱਕਮਾਤਰ ਰਸਤਾ ਹੈ। ਚੰਗੀ ਯੋਜਨਾਵਾਂ ਅਤੇ ਲੋਕਾਂ ਦੇ ਅਨੁਕੂਲ ਪ੍ਰਸ਼ਾਸਨ ਦੋਨਾਂ ਦੇ ਮੇਲ ਤੋਂ ਇਹ ਜਿੱਤ ਮੁਮਕਿਨ ਹੋਈ ਹੈ। ਤੇਲੰਗਾਨਾ ਦੀ ਪ੍ਰਤੀ ਵਿਅਕਤੀ ਆਈ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ। 2014-15 ਵਿੱਚ 1.24 ਲੱਖ ਰੁਪਏ ਤੋਂ ਵੱਧ ਕੇ 2021-22 ਵਿੱਚ 2.78 ਲੱਖ ਰੁਪਏ। ਤੇਲੰਗਾਨਾ ਦਾ ਸਕਲ ਘਰੇਲੂ ਉਤਪਾਦ 128% ਵੱਧ ਹੈ। 2014-15 ਵਿੱਚ 5.06 ਲੱਖ ਕਰੋੜ ਰੁਪਏ ਤੋਂ ਵੱਧ ਕੇ 2021-22 ਵਿੱਚ 11.55 ਲੱਖ ਕਰੋੜ ਰੁਪਏ। ਅੱਜ ਸਿਆਸੀ ਗਲਿਆਰੇ ਦੇ ਦੋਨੋਂ ਤਰਫ ਤੇਲੰਗਾਨਾ ਦੇ ਇਸ ਕਦਮ ਦੀ ਤਾਰੀਫ ਹੋ ਰਹੀ ਹੈ। ਭਾਰਤ ਸਰਕਾਰ ਦੇ ਨੀਤੀ ਕਮਿਸ਼ਨ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਤੇਲੰਗਾਨਾ ਨੂੰ ਇੱਕ ਉੱਚ ਆਰਥਿਕ ਪ੍ਰਦਰਸ਼ਕ ਦੇ ਰੂਪ ਵਿੱਚ ਘੋਸ਼ਿਤ ਕੀਤਾ ਹੈ। ਤੇਲੰਗਾਨਾ ਸੰਯੁਕਤ ਰਾਸ਼ਟਰ ਹਮੇਸ਼ਾ ਵਿਕਾਸ ਲਕਸ਼ਾਂ ਦਾ ਮੁਜ਼ਾਹਰਾ ਕਰਨ ਵਾਲਾ ਭਾਰਤ ਦਾ ਸਿਖਰ ਰਾਜ ਹੈ। ਤੇਲੰਗਾਨਾ ਦੇ 7 ਪਿੰਡਾਂ ਨੂੰ ਭਾਰਤ ਦੀ ਸੰਸਦ ਆਦਰਸ਼ ਪੇਂਡੂ ਯੋਜਨਾ ਵਿੱਚ ਸਨਮਾਨਿਤ ਕੀਤਾ ਗਿਆ ਅਤੇ 19 ਪਿੰਡਾਂ ਲਈ ਪੇਂਡੂ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਇਨਾਮ ਪ੍ਰਦਾਨ ਕੀਤਾ ਗਿਆ ਹੈ। ਸਿਰਫ 7 ਸਾਲਾਂ ਵਿੱਚ ਤੇਲੰਗਾਨਾ ਨੇ ਆਪਣੇ ਆਪ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਵਿਕਾਸ ਦੇ ਇੱਕ ਮਾਡਲ ਦੇ ਰੂਪ ਵਿੱਚ ਸਾਬਿਤ ਕੀਤਾ ਹੈ। ਭਾਰਤ ਦੇ ਸਭ ਤੋਂ ਵੰਚਿਤ ਰਾਜਾਂ ਵਿੱਚੋਂ ਇੱਕ ਰਹੀ ਤੇਲੰਗਾਨਾ ਦੀ ਤਰੱਕੀ ਅਤੇ ਰਾਸ਼ਟਰੀ ਮੰਚ ਤੇ ਸਿਖਰ ਪ੍ਰਦਰਸ਼ਨ ਹੈਰਾਨ ਕਰਨ ਵਾਲੇ ਹਨ। ਇਹ ਪੂਰੇ ਭਾਰਤ ਲਈ ਇੱਕ ਮਿਸਾਲ ਹੈ। ਜਿਸ ਤਰ੍ਹਾਂ ਦੇ ਵਿਕਾਸ ਦਾ ਅਸੀਂ ਸੁਪਨਾ ਵੇਖਦੇ ਹਾਂ, ਉਹ ਹੁਣ ਦੂਰ ਨਹੀਂ ਹੈ। ਸਾਡੇ ਵਿੱਚ ਸਾਹਸ ਹੈ ਸੁਪਨੇ ਦੇਖਣ ਦਾ ਅਤੇ ਅਸੀਂ ਇਕੱਠੇ ਮਿਲ ਕੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਾਂਗੇ।